देश के प्रधानमंत्री बैठ के दिल्ली सरकार का कौन सा चपरासी क्या काम करेगा, कौन सा चपरासी फाइल उठाएगा, कौन सा चपरासी चाय पिलाएगा, कौन सा चपरासी खाना, ये काम रहेगा प्रधानमंत्री जी को। 7 ਅਗਸਤ 2023 ਦਿਨ ਸੋਮਵਾਰ ਲੋਕ ਸਭਾ ਤੇ ਰਾਜ ਸਭਾ ਵਿੱਚ ਦੋ ਮਹੱਤਵਪੂਰਨ ਘਟਨਾਵਾਂ ਹੋਈਆਂ। ਪਹਿਲੀ ਲੋਕ ਸਭਾ ਵਿੱਚ ਕਾਂਗਰਸ ਦੇ ਯੁਵਰਾਜ ਸਾਂਸਦ ਸ਼੍ਰੀਮਾਨ ਰਾਹੁਲ ਗਾਂਧੀ ਦੀ ਫੇਰ ਤੋਂ ਵਾਪਸੀ ਅਤੇ ਦੂਜੀ ਰਾਜ ਸਭਾ ਵਿੱਚ ਲੋਕ ਸੇਵਾ ਬਿੱਲ ਦਾ ਪਾਸ ਹੋਣਾ। ਅੱਜ ਆਪਾਂ ਰਾਜ ਸਭਾ ਦੀ ਗੱਲ ਕਰ ਲੈਂਦੇ ਹਾਂ। ਰਾਜ ਸਭਾ ਦੇਰ ਰਾਤ ਰਾਜ ਸਭਾ ਵਿੱਚ ਬਹੁਤ ਚਰਚਿਤ ਦਿੱਲੀ ਆਰਡੀਨੈਂਸ, ਜਿਸ ਨੂੰ ਦਿੱਲੀ ਸਰਵਿਸ ਬਿੱਲ ਦੇ ਨਾਂ ਤੇ ਪੇਸ਼ ਕੀਤਾ ਗਿਆ ਸੀ, ਉਹ ਪਾਸ ਹੋ ਗਿਆ। ਬੀਜੇਪੀ ਨੇ 29 ਰਾਜ ਸਭਾ ਸਾਂਸਦਾਂ ਦੇ ਫਰਕ ਨਾਲ ਇਹ ਬਿੱਲ ਪਾਸ ਕਰਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ। ਹੁਣ ਇਹ ਬਿੱਲ ਕਾਨੂੰਨ ਬਣ ਜਾਵੇਗਾ ਰਾਸ਼ਟਰਪਤੀ ਦੇ ਹਸਤਾਖਰ ਹੋਣ ਤੋਂ ਬਾਅਦ। ਇਸ ਬਿੱਲ ਰਾਹੀਂ ਰਾਜ ਸਭਾ ਵਿੱਚ ਵਿਰੋਧੀ ਦਲਾਂ ਦੀ ਤਾਕਤ ਅਤੇ ਇਲਾਈਟ, ਸਪੈਸ਼ਲ, ਅਪੁਆਇੰਟਡ ਜਾਂ ਕਹੋ ਸਿਲੈਕਟਡ ਕਹੇ ਜਾਂਦੇ ਸਨਮਾਨਿਤ ਮੈਂਬਰਾਂ ਅਤੇ ਰਾਜਨੀਤਿਕ ਪਾਰਟੀਆਂ ਦੀ ਸੋਚ ਬਿਲਕੁਲ ਸਾਫ਼-ਸਾਫ਼ ਪਤਾ ਲੱਗ ਗਈ ਅਤੇ ਆਮ ਲੋਕਾਂ ਤੱਕ ਉਹਨਾਂ ਦੀ ਕੀ ਸੋਚ ਹੈ, ਇਹ ਮੈਸੇਜ ਵੀ ਡਿਲੀਵਰ ਹੋ ਗਿਆ। ਇੱਥੇ ਯਾਦ ਰੱਖੋ ਕਿ ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਮੈਂਬਰਾਂ ਵਾਂਗੂ ਸਿੱਧੇ ਜਨਤਾ ਵਿੱਚੋਂ ਚੁਣ ਕੇ ਨਹੀਂ ਆਏ ਹੁੰਦੇ ਹਨ। ਕੀ ਵਿਰੋਧੀ ਦਲਾਂ ਦੀ ਇਹ ਹਾਰ INDIA ਵਿੱਚ ਪਈ ਹੋਈ ਪਹਿਲੀ ਤਰੇੜ ਸਾਬਤ ਹੋਵੇਗੀ? ਇਸ ਬਿੱਲ ਰਾਹੀਂ ਕਾਂਗਰਸ ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਨੂੰ ਆਪਣੀ ਛਤਰੀ ਹੇਠਾਂ ਇਕੱਠੇ ਕਰਦੇ ਹੋਏ ਨਜ਼ਰ ਆਈ। ਇਹ ਸਭ ਦਰਸਾਉਣ ਲਈ ਉਹ ਇੱਥੋਂ ਤੱਕ ਗਏ ਕਿ ਐਕਸ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ, ਜੋ ਅੱਜ ਕੱਲ੍ਹ ਵੀਲ ਚੇਅਰ 'ਤੇ ਹਨ, ਉਹਨਾਂ ਨੂੰ ਵੀ ਵੀਲ ਚੇਅਰ 'ਤੇ ਬਿਠਾ ਕੇ ਬਿੱਲ ਦੇ ਵਿਰੋਧ ਵਿੱਚ ਵੋਟਾਂ ਪਾਉਣ ਲਈ ਕੇਜਰੀਵਾਲ ਦੇ ਸਮਰਥਨ ਲਈ ਰਾਜ ਸਭਾ ਵਿੱਚ ਪੇਸ਼ ਕਰ ਦਿੱਤਾ ਗਿਆ। ਮਨਮੋਹਨ ਸਿੰਘ, ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਉਹ ਜਿਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਦੇ ਭ੍ਰਿਸ਼ਟਾਚਾਰ ਦੇ ਖਿਲਾਫ ਹੀ ਅੰਨਾ ਅੰਦੋਲਨ ਸ਼ੁਰੂ ਹੋਇਆ ਸੀ ਅਤੇ ਉਸ ਵਿੱਚੋਂ ਹੀ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ। ਦੇਖੋ ਸਮੇਂ ਦੇ ਰੰਗ, ਨੇਤਾਵਾਂ ਦੀ ਬੇਸ਼ਰਮੀ। ਅੱਜ ਉਹੀ PM, ਅੱਜ ਉਹੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ CM ਕੇਜਰੀਵਾਲ ਦੇ ਹੱਕ ਵਿੱਚ ਸਪੈਸ਼ਲ ਵੋਟ ਕਰਨ ਪੁੱਜੇ ਸਨ ਰਾਜ ਸਭਾ ਵਿੱਚ। ਜਿਨ੍ਹਾਂ ਨੇਤਾਵਾਂ ਦਲਾਂ ਨੂੰ ਅੱਤ ਦੇ ਭ੍ਰਿਸ਼ਟਾਚਾਰ ਕਹਿ ਕੇ ਆਮ ਆਦਮੀ ਪਾਰਟੀ ਆਪਣੀ ਇਮਾਨਦਾਰੀ ਦੀ ਦੁਹਾਈ ਦਿੰਦੇ ਹੋਏ ਸੱਤਾ ਵਿੱਚ ਆਈ, ਅੱਜ ਉਹ ਸਾਰੇ ਭ੍ਰਿਸ਼ਟ ਨੇਤਾ ਪਾਰਟੀਆਂ ਸਾਰੀਆਂ ਕੇਜਰੀਵਾਲ ਦੇ ਸਮਰਥਨ ਵਿੱਚ ਰਾਜ ਸਭਾ ਵਿੱਚ ਇਕਜੁੱਟ ਸਨ। ਇਹ ਸ਼ੋਅ ਕਰਦਾ ਹੈ ਸਾਡੇ ਨੇਤਾਵਾਂ ਦਾ ਕਰੈਕਟਰ। ਟੱਠੇ ਖੂਹ 'ਚ ਜਾਵੇ ਇਮਾਨਦਾਰੀ, ਲੋਕਾਂ ਦਾ ਵਿਸ਼ਵਾਸ ਅਤੇ ਦੇਸ਼, ਇਹਨਾਂ ਨੂੰ ਬਸ ਕਿਸੇ ਤਰ੍ਹਾਂ ਸੱਤਾ ਚਾਹੀਦੀ ਹੈ। ਬਿੱਲ ਦੇ ਪਾਸ ਹੁੰਦੇ ਹੀ ਹੁਣ ਦਿੱਲੀ ਦੇ CM ਕੇਜਰੀਵਾਲ ਸਾਹਿਬ ਦੇ ਪਰਖ ਉਤਰੇ ਜਾਣਗੇ। ਸਭ ਕੁਝ ਕਰਕੇ ਵੀ ਵਿਚਾਰਗੀ ਦਾ ਕਾਰਡ ਇਹਨਾਂ ਤੋਂ ਵੱਧ ਕੌਣ ਖੇਡ ਸਕਦਾ ਹੈ, ਇਸ ਦੀ ਉਹਨਾਂ ਕੋਲ ਮਹਾਰਤ ਹੈ ਹੀ। ਬਿੱਲ ਦੇ ਪਾਸ ਹੁੰਦੇ ਹੀ ਉਹ ਅੱਧੀ ਰਾਤ ਨੂੰ ਆ ਕੇ TV ਉੱਤੇ ਕੀ ਕਹਿ ਕੇ ਗਏ ਹਨ, ਜਰਾ ਉਹ ਸੁਣਦੇ ਹਾਂ। भारत के इतिहास में एक तरह से भारतीय जनतंत्र के लिए काला दिन साबित हुआ। आज संसद के अंदर दिल्ली के लोगों को गुलाम बनाने वाला बिल पास कर दिया गया। ये बिल दिल्ली के लोगों को बेबस बना देता है, असहाय बनाता है, लाचार बनाता है, गुलाम बनाता है। चुनाव तो होंगे दिल्ली में, दिल्ली के लोग अपनी सरकार तो चुनेंगे, लेकिन उस सरकार को काम करने की कोई भी शक्ति नहीं होगी। ये कानून आज हमारे देश की संसद ने पास किया है। तो इससे साफ जाहिर है कि प्रधानमंत्री मोदी जी कह रहे हैं कि मैं सुप्रीम कोर्ट को भी नहीं मानता। जिस देश के प्रधानमंत्री उस देश की सर्वोच्च अदालत को नहीं मानते, उस देश का क्या भविष्य हो सकता है? सीधे सीधे वो कह रहे हैं सुप्रीम कोर्ट जो मर्जी आदेश पास करे, अगर मुझे सुप्रीम कोर्ट का आदेश पसंद नहीं आया तो मैं उसके खिलाफ कानून बना के सुप्रीम कोर्ट के आदेश को पलट दूंगा। इतना अहंकार हो गया इन लोगों को, इतना अहंकार हो गया। ना जनता को की बात मानते, ना सुप्रीम कोर्ट की बात मानते। और आपको पता है इस कानून में क्या लिखा है, जो कानून आज पास किया है? इस कानून में लिखा है कि दिल्ली के ऊपर से नीचे A कैटेगरी, B कैटेगरी, C कैटेगरी, D कैटेगरी जितने दिल्ली सरकार के कर्मचारी हैं, उन सारे कर्मचारियों को के बारे में सारी पॉलिसी केंद्र सरकार बनाएगी। उनकी ट्रांसफर पॉलिसी, कौन अधिकारी, कौन चपरासी क्या काम करेगा, ये देश के प्रधानमंत्री बैठ के दिल्ली के
दिल्ली सरकार का कौन सा चपरासी क्या काम करेगा, कौन सा चपरासी फाइल उठाएगा, कौन सा चपरासी चाय पिलाएगा, कौन सा चपरासी खाना, ये काम रहेगा प्रधानमंत्री जी को। इसके लिए प्रधानमंत्री बनाया था देश का कि आप दिल्ली के चपरासियों की ट्रांसफर पॉलिसी बनाओगे बैठ के प्रधानमंत्री बनके, आप केंद्र चलाओ ना। इस बार दिल्ली के लोग बीजेपी को एक भी सीट नहीं देंगे, लोकसभा में एक भी सीट नहीं देंगे। इस पूरे संघर्ष के अंदर बहुत सारी पार्टियों ने, बहुत सारे नेताओं ने दिल्ली के लोगों का साथ दिया। उन सब नेताओं को और उन सब पार्टियों को मैं तहे दिल से दिल्ली के 2 करोड़ लोगों की तरफ से शुक्रिया अदा करता हूं। मंत्रियों के खिलाफ भ्रष्टाचार के इतने संगीन आरोप लगे हैं कि अगर आज वो ये लोकपाल बिल पास कर दें तो कल इन लोगों को जेल हो जाएगी, इनकी संपत्ति जब्त हो जाएगी। देश के बेईमानों की लिस्ट बनाई थी, चिदम्बरम साहब, कनिमोई, जीके वासन, मायावती, मुलायम सिंह यादव, अनुराग ठाकुर, कपिल सिब्बल, शरद पवार अगर वो लड़ेंगे तो, राहुल गांधी। ਪਤਾ ਨਹੀਂ ਇਹ ਆਮ ਲੋਕਾਂ, ਆਮ ਜਨਤਾ ਦੇ ਆਈਕਿਊ ਲੈਵਲ ਨੂੰ ਇੰਨੇ ਥੱਲੇ ਲੈਵਲ ਦਾ ਕਿਉਂ ਸਮਝਦੇ ਹਨ। ਜਿਵੇਂ ਆਮ ਆਦਮੀ ਪਾਰਟੀ ਦੇ ਤਕਰੀਬਨ ਸਾਰੇ ਹੀ ਨੇਤਾਵਾਂ ਦਾ ਕਹਿਣਾ ਤੇ ਮੰਨਣਾ ਹੈ ਕਿ ਐਕਸ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੂੰ ਅਦਾਲਤਾਂ ਨੇ ਸ਼ਰਾਬ ਘੁਟਾਲੇ ਕਰਕੇ ਨਹੀਂ ਸਗੋਂ ਵਧੀਆ ਐਜੂਕੇਸ਼ਨ ਪਾਲਿਸੀ ਕਰਕੇ ਹਾਲੇ ਤੱਕ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਉਵੇਂ ਹੀ ਇਹਨਾਂ ਨੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਦਿੱਲੀ ਵਿੱਚ ਚਪਰਾਸੀ ਦੀ ਬਦਲੀਆਂ ਕਰਕੇ ਹੀ ਇਹ ਲੋਕ ਸੇਵਾ ਬਿੱਲ ਲਿਆਂਦਾ ਗਿਆ ਹੈ। ਦਿੱਲੀ ਦੇ ਵਿਜੀਲੈਂਸ ਕਮਿਸ਼ਨਰ, ਜਿਨ੍ਹਾਂ ਕੋਲ ਦਿੱਲੀ ਦੇ ਸੀਐਮ ਦੇ ਖਿਲਾਫ ਕਈ ਸ਼ਿਕਾਇਤਾਂ ਸਨ, ਖਾਸ ਕਰਕੇ ਉਹਨਾਂ ਦੇ ਬਣਾਏ ਹੋਏ ਜਿਨ੍ਹਾਂ ਨੂੰ ਸ਼ੀਸ਼ ਮਹਿਲ ਕਿਹਾ ਜਾਂਦਾ ਹੈ, ਉਸ ਦੇ ਭ੍ਰਸ਼ਟਾਚਾਰ ਦੀਆਂ, ਤੇ ਹੋਰ ਮੈਂਬਰ ਜੋ ਉਹਨਾਂ ਦੀ ਕੈਬਨਿਟ ਦੇ ਹਨ ਉਹਨਾਂ ਦੇ ਭ੍ਰਸ਼ਟਾਚਾਰ ਦੀਆਂ, ਉਹਨਾਂ ਦੀ ਰਾਤੋਂ ਰਾਤ ਉਹਨਾਂ ਨੇ ਬਦਲੀ ਕਰ ਦਿੱਤੀ ਸੀ। ਕੀ ਉਹ ਬਦਲੀ ਇੱਕ ਚਪਰਾਸੀ ਦੀ ਬਦਲੀ ਕਰਨ ਦੇ ਬਰਾਬਰ ਹੀ ਹੈ? ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਬੜੀ ਹੀ ਚਲਾਕੀ ਨਾਲ ਮੋਦੀ ਨਫ਼ਰਤ ਦੀ ਆੜ ਵਿੱਚ ਚਪਰਾਸੀ ਦੀ ਬਦਲੀ ਕਹਿ ਕੇ ਹੋਰ ਵੀ ਨੀਵੇਂ ਪੱਧਰ ਤੇ ਆ ਗਏ ਹਨ। ਇਹਨਾਂ ਉੱਪਰ ਆਪਣੇ ਸਰਕਾਰੀ ਨਿਵਾਸ ਤੇ ਚੀਫ ਸੈਕਟਰੀ ਨੂੰ ਬੁਲਾ ਕੇ ਕੁੱਟਮਾਰ ਕਰਨ ਅਤੇ ਉਹਨਾਂ ਨੂੰ ਧਮਕਾਉਣ ਦੇ ਇਲਜ਼ਾਮ ਪਹਿਲੇ ਹੀ ਲੱਗੇ ਹੋਏ ਹਨ। ਉਸ ਦਾ ਕੇਸ ਵੀ ਇਹਨਾਂ ਦੇ ਖਿਲਾਫ ਦਰਜ ਹੋਇਆ ਪਿਆ ਹੈ। ਸਪੈਸ਼ਲ ਸੈਸ਼ਨ ਬੁਲਾ ਕੇ ਪੀਐਮ ਖਿਲਾਫ ਹੇਠਲੇ ਪੱਧਰ ਦੀ ਬਿਆਨਬਾਜ਼ੀ, ਪਤਾ ਨਹੀਂ ਇਹ ਹੁਣ ਇਸ ਤੋਂ ਹੋਰ ਕਿੰਨੇ ਥੱਲੇ ਲੈਵਲ ਤੇ ਜਾਣਗੇ। ਪਰ ਕਹਿੰਦੇ ਨੇ ਕਿ ਸੰਗਤ ਦਾ ਅਸਰ ਹੁੰਦਾ ਹੀ ਹੈ। ਇਸੇ ਸੋਭਤ ਦਾ ਅਸਰ ਰਾਘਵ ਚੱਡਾ ਦੇ ਉੱਪਰ ਵੀ ਰਾਜ ਸਭਾ ਵਿੱਚ ਦੇਖਣ ਨੂੰ ਮਿਲਿਆ। ਰਾਜ ਸਭਾ ਵਿੱਚ ਉਹਨਾਂ ਦੇ ਖਿਲਾਫ 5 ਮੈਂਬਰਾਂ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਰਾਘਵ ਚੱਡਾ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਇਹਨਾਂ 5 ਮੈਂਬਰਾਂ ਦੇ ਜਾਲੀ ਦਸਤਖਤ ਕਰਕੇ ਅਮੈਂਡਮੈਂਟ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਮੋਸ਼ਨ ਮੂਵ ਕਰਨਾ ਵੀ ਕਿਹਾ ਜਾਂਦਾ ਹੈ। ਰਾਜ ਸਭਾ ਵਿੱਚ ਜਦੋਂ ਇਹਨਾਂ ਨੇ 5 ਮੈਂਬਰਾਂ ਨੇ ਆਪਣੇ ਨਾਂ ਸੁਣੇ ਤਾਂ ਉਹਨਾਂ ਨੇ ਇਸ ਦਾ ਵਿਰੋਧ ਜਤਾਇਆ। ਇਹ ਫਰੋਡ ਜੋ ਉਹਨਾਂ ਨੇ ਕੀਤਾ ਹੈ, ਇਸ ਸ਼ਿਕਾਇਤ ਉੱਪਰ ਰਾਘਵ ਚੱਡਾ ਦੀ ਰਾਜ ਸਭਾ ਦੀ ਮੈਂਬਰਸ਼ਿਪ ਵੀ ਜਾ ਸਕਦੀ ਹੈ। ਲੋਕ ਸਭਾ ਵਿੱਚ ਪੇਸ਼ ਹੋਇਆ ਅਤੇ ਪਾਸ ਹੋਇਆ ਦਿੱਲੀ ਸੇਵਾ ਬਿੱਲ ਇਹਨਾਂ ਦੀ ਯਾਤਰਾ ਦਾ ਪ੍ਰਤੀਕ ਹੈ। ਇਹ ਯਾਤਰਾ ਸ਼ੁਰੂ ਹੋਈ ਸੀ ਅੰਨਾ ਹਜ਼ਾਰੇ ਤੋਂ ਅਤੇ ਹੁਣ ਖਤਮ ਹੋ ਚੁੱਕੀ ਹੈ ਲਾਲੂ ਪ੍ਰਸਾਦ ਦੇ ਚਰਨਾਂ ਵਿੱਚ ਆ ਕੇ। ਆਉਣ ਵਾਲੇ ਸਮੇਂ ਵਿੱਚ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਬੀਜੇਪੀ ਹੁਣ ਆਮ ਆਦਮੀ ਪਾਰਟੀ ਨੂੰ ਕਾਂਗਰਸ ਦੀਆਂ ਵੋਟਾਂ ਵਿੱਚ ਸੇਂਧਮਾਰੀ ਲਈ ਕਰਪਸ਼ਨ ਕੇਸਾਂ ਤੋਂ ਸਪੈਸ਼ਲ ਛੂਟ ਦਿੰਦੀ ਹੈ ਜਾਂ ਨਹੀਂ। ਪਰ ਇਹ ਬਿੱਲ ਸੀਐਮ ਦਿੱਲੀ ਨੂੰ ਦਿੱਲੀ ਦੇ ਲੋਕਾਂ ਪ੍ਰਤੀ ਜ਼ਿਆਦਾ ਜਵਾਬਦੇਹ ਤਾਂ ਬਣਾ ਹੀ ਜਾਵੇਗਾ। ਅੰਤ ਵਿੱਚ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਕਿ ਇਸ ਦੀ ਰੀਚ ਵੱਧ ਸਕੇ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਜਾਣਕਾਰੀ ਭਰਪੂਰ ਇਹੋ ਜਿਹੀਆਂ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ। ਧੰਨਵਾਦ।